ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਦਾਹਰਣ ਹੈ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਤਿੰਨਾਂ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦਿੱਲੀ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਇਸ ਪਾਕ ਸਥਾਨ ਦੇ ਮੁੱਖ ਵਜ਼ੀਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੁਣਾਂ ਪਾਸੋਂ ਆਪ ਸੰਗਤ ਨੇ ਤੁਰਕੀ ਬਾਣੀ ਦਾ ਫੁਰਮਾਨ ਸਰਵਣ ਕੀਤਾ ਹੈ। ਆਓ ਉਸ ਅਗੰਮੀ ਫੁਰਮਾਨ ਦੀ ਜੋ ਵਿਚਾਰ ਹੈ ਉਸ ਨਾਲ ਜੁੜ ਕਰਕੇ ਆਪਣੇ ਸਮੇਂ ਨੂੰ, ਜੀਵਨ ਨੂੰ ਸਫਲਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਊਚੋ ਭਵਨ ਕਨ ਕਾਮਨੀ ਸਿਖਰ ਧਜਾ ਫਹਿਰਾਏ, ਤਾਤੇ ਭਲੀ ਮਧੁਕਰੀ ਸੰਤ ਸੰਗ ਗੁਣ ਗਾਏ। ਮਹਾਰਾਜ ਕਬੀਰ ਜੀ ਦਾ ਇਹ ਜੋ ਪਵਿੱਤਰ ਸ਼ਲੋਕ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ 1372 ਅੰਗ ਉੱਪਰ ਦਰਜ ਹੈ। ਇੱਥੇ ਕਬੀਰ ਜੀ ਜੋ ਜ਼ਿਕਰ ਕਰਦੇ ਨੇ, ਕਹਿੰਦੇ ਨੇ ਚਾਹੇ ਤੇਰਾ ਭਵਨ ਕਿੰਨਾ ਵੀ ਉੱਚਾ ਹੋਵੇ, ਭਵਨ ਤੋਂ ਭਾਵ ਹੈ ਘਰ, ਅਸਥਾਨ, ਮਹਿਲ ਮਾੜੀਆਂ, ਕਹਿੰਦੇ ਜੇ ਉਸ ਭਵਨ ਦੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਹੈ ਤੇ ਕਹਿੰਦੇ ਉਹ ਮਹਿਲ ਮਾੜੀਆਂ ਕਿਸੇ ਕੰਮ ਨਹੀਂ। ਉਹਨਾਂ ਮਹਿਲ ਮਾੜੀਆਂ ਦੇ ਨਾਲੋਂ ਕਹਿੰਦੇ ਜੋ ਮਹਾਂਪੁਰਸ਼ਾਂ ਦੀ ਰਹਿਣੀ ਬਹਿਣੀ ਹੈ ਨਾ, ਫਕੀਰੀ ਦੇ ਵਿੱਚ ਮੰਗ ਕੇ ਰੋਟੀ ਟੁੱਕ ਖਾਣਾ, ਉਹ ਲੱਖ ਗੁਣਾ ਚੰਗਾ ਹੈ। ਸੋ ਕਹਿੰਦੇ ਠੀਕ ਹੈ, ਤੇਰੇ ਮਹਿਲ ਬੜੇ ਉੱਚੇ ਨੇ, ਸਿਖਰ ਤੋਂ ਭਾਵ ਹੈ ਪਹਾੜ ਜਿੰਨੇ ਉੱਚੇ, ਚੋਟੀ ਬੜੀ ਉੱਚੀ ਹੈ, ਔਰ ਤੇਰਿਆਂ ਮਹਿਲਾਂ ਉੱਤੇ ਧਜਾ ਝੂਲ ਰਿਹਾ ਹੈ, ਭਾਵ ਤੁਜਾ ਨਿਸ਼ਾਨ ਫਹਿਰਾਉਂਦਾ ਪਿਆ ਹੈ, ਲਹਿਰਾਉਂਦਾ ਪਿਆ ਹੈ। ਔਰ ਨਾਲ ਕਹਿੰਦੇ ਨੇ ਕਨ ਕਾਮਨੀ, ਕਨ ਤੋਂ ਭਾਵ ਕਨਕ, ਸੋਨਾ ਬੜਾ ਹੈ ਤੇਰੇ ਕੋਲ, ਕਾਮਨੀ ਇਸਤਰੀ ਬੜੀ ਸੁੰਦਰ ਹੈ ਤੇਰੀ। ਸੋ ਦੌਲਤਾਂ ਸ਼ੌਹਰਤਾਂ ਤੇਰੇ ਕੋਲ ਨੇ, ਸਭ ਕੁਝ ਤੇਰੇ ਕੋਲ ਹੈ।
ਇੱਕ ਪਰਮਾਤਮਾ ਦਾ ਨਾਮ ਤੇਰੇ ਕੋਲ ਨਹੀਂ ਹੈ, ਇਸ ਕਰਕੇ ਇਹ ਮਹਿਲ ਮਾੜੀਆਂ ਦੌਲਤਾਂ ਸ਼ੋਹਰਤਾਂ ਦੀ ਜਿਹੜੀ ਸ਼ੋਭਾ ਹੈ ਨਾ, ਇਹ ਮਿਟ ਜਾਣ ਵਾਲੀ ਹੈ। ਅੱਗੇ ਕਬੀਰ ਜੀ ਕਹਿੰਦੇ ਨੇ, ਤਾਂ ਤੇ ਭਲੀ ਮਧੂ ਕਰੀ ਸੰਤ ਸੰਗ ਗੁਣ ਗਾਏ। ਭਲੀ ਦਾ ਭਾਵ ਹੈ ਉੱਤਮ ਸ੍ਰੇਸ਼ਟ। ਮਧੂ ਕਰੀ, ਮਧੂਕਰ ਜੋ ਮਧੂ ਇਕੱਠਾ ਕਰਦਾ ਹੈ, ਭੌਰਾ ਜਾਂ ਉਹ ਸ਼ਹਿਦ ਇਕੱਠਾ ਕਰਨ ਵਾਲੀ ਜੋ ਮੱਖੀ ਹੈ। ਹੁਣ ਮਧੂਕਰ ਬਿਰਤੀ ਕੀ ਹੈ? ਇੱਧਰ ਉੱਧਰ ਮੰਡਰਾਉਂਦੇ ਰਹਿਣਾ। ਇਹ ਮੱਖੀ ਕਾਹਦੇ ਲਈ ਮੰਡਰਾਉਂਦੀ ਹੈ? ਰਸ ਦੇ ਲਈ, ਫੁੱਲਾਂ ਤੇ ਬਹਿੰਦੀ ਹੈ। ਸੋ ਇੱਥੇ ਮਧੂਕਰੀ ਤੋਂ ਭਾਵ ਹੈ ਜਿਹੜੇ ਲੋਕ ਰੋਟੀ ਟੁੱਕ ਮੰਗ ਕੇ ਖਾਂਦੇ ਨੇ, ਭੋਜਨ ਦੇ ਲਈ ਇੱਧਰ ਉੱਧਰ ਮੰਡਰਾਉਂਦੇ ਨੇ, ਸਾਧੂਆਂ ਦੀ ਸੰਗਤ ਵਿੱਚ ਜਾਂਦੇ ਨੇ, ਰੋਟੀ ਮੰਗ ਕੇ ਖਾਂਦੇ ਨੇ, ਭਿਕਸ਼ਾ ਮੰਗਦੇ ਨੇ। ਕਹਿੰਦੇ ਉਹ ਚੰਗਾ ਹੈ ਮਹਿਲ ਵਿੱਚ 36 ਪ੍ਰਕਾਰ ਦੇ ਭੋਜਨ ਖਾਣ ਨਾਲੋਂ, ਕਿਉਂਕਿ 36 ਪ੍ਰਕਾਰ ਦੇ ਭੋਜਨ ਮਹਿਲ ਵਿੱਚ ਬਹਿ ਕੇ ਤੂੰ ਖਾਣਾ ਹੈ, ਸੁੱਖ ਸਹੂਲਤਾਂ ਇੰਨੀਆਂ, ਰੱਬ ਦਾ ਨਾਮ ਭੁੱਲ ਗਿਆ ਤੈਨੂੰ ਜਿਸ ਨੇ ਸਭ ਕੁਝ ਦਿੱਤਾ ਸੀ। ਹੁਣ ਜਦੋਂ ਮੰਗ ਕੇ ਖਾਵੇਂਗਾ, ਫਕੀਰਾਂ ਦੀ ਸੰਗਤ ਵਿੱਚ ਰਵੇਂਗਾ, ਤੇ ਕਮ ਸੇ ਕਮ ਉਸ ਪਰਮੇਸ਼ਵਰ ਦੀ ਭਗਤੀ ਕਰੇਗਾ। ਇੱਥੇ ਸੰਤ ਸੰਗ ਹੈ। ਸੰਤ ਦਾ ਭਾਵ ਜਿਸ ਨੇ ਮਨ ਇੰਦਰੀਆਂ ਨੂੰ ਟਿਕਾਇਆ ਹੈ, ਸ਼ਾਂਤ ਆਤਮਾ, ਮਨ ਨੂੰ ਜਿਸ ਨੇ ਜਿੱਤਿਆ ਹੈ, ਉਹਨਾਂ ਦੀ ਸੰਗਤ, ਉੱਤਮ ਸੰਗਤ, ਨੇਕ ਸੁਹਬਤ, ਜਿੱਥੇ ਸੱਤਿਆ ਦੀ ਗੱਲ ਚੱਲਦੀ ਹੈ, ਸੱਚੇ ਈਸ਼ਵਰ ਦੀ ਗੱਲ ਚੱਲਦੀ ਹੈ, ਜਿੱਥੇ ਪ੍ਰਮਾਤਮਾ ਦੇ ਗੁਣ ਗਾਏ ਜਾਂਦੇ ਨੇ, ਖੂਬੀਆਂ ਗਾਈਆਂ ਜਾਂਦੀਆਂ ਨੇ, ਸਿਫਤਾਂ ਕੀਤੀਆਂ ਜਾਂਦੀਆਂ ਨੇ। ਸੋ ਉਹ ਮੰਗ ਕੇ ਖਾਧੀ ਹੋਈ ਰੋਟੀ ਚੰਗੀ ਹੈ, ਜਿਸ ਕਾਰਨ ਤੈਨੂੰ ਸਾਧੂਆਂ ਦੀ ਸੰਗਤ ਹੋਈ, ਰੱਬ ਦੇ ਤੂੰ ਗੀਤ ਗਾਏ। ਫਕੀਰਾਂ ਦਾ ਕੰਮ ਹੁੰਦਾ ਹੈ ਸਰੀਰ ਨੂੰ ਚੱਲਦਿਆਂ ਰੱਖਣ ਲਈ ਗ੍ਰਸਤੀਆਂ ਦੇ ਘਰੀਂ ਜਾ ਕੇ ਰੋਟੀ ਟੁੱਕ ਗੁਜ਼ਾਰੇ ਜੋਗਾ ਮੰਗ ਲੈਣਾ। ਇੱਕ ਸ਼ਾਇਰ ਕਹਿੰਦਾ ਹੈ, ਕਾਸਿਦਾ ਹਮ ਫਕੀਰ ਲੋਗੋਂ ਕਾ ਇੱਕ ਠਿਕਾਣਾ ਨਹੀਂ ਕਿ ਤੁਝ ਸੇ ਕਹੇਂ। ਫਕੀਰਾਂ ਦਾ ਕੋਈ ਇੱਕ ਟਿਕਾਣਾ ਨਹੀਂ ਹੁੰਦਾ, ਇੱਕ ਜਗ੍ਹਾ ਟਿਕਦੇ ਨਹੀਂ ਹੈ। ਰੋਟੀ ਟੁੱਕ ਲਈ ਵੀ ਉਹ ਫਿਰੇ ਤੁਰਦੇ ਨੇ, ਲੋਕਾਈ ਦੇ ਭਲੇ ਲਈ ਵੀ ਉਪਦੇਸ਼ ਦਿੰਦੇ ਰਹਿੰਦੇ ਨੇ, ਰੱਬ ਨਾਲ ਲੋਕਾਂ ਨੂੰ ਜੋੜਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇਹ ਬਚਨ ਕਹੇ ਨੇ, ਭਲੀ ਸੁਹਾਵੀ ਛਾਪਰੀ ਜਾਂ ਮਹਿ ਗੁਣ ਗਾਏ, ਕਿਤ ਹੀ ਕਾਮ ਨਾ ਧੌਲ ਹਰ ਜਿਤ ਹਰ ਬਿਸਰਾਏ। ਕਹਿੰਦੇ ਉਹ ਛਪੜੀ ਚੰਗੀ ਹੈ, ਉਹ ਕੁੱਲੀ ਚੰਗੀ ਹੈ, ਜਿੱਥੇ ਪਰਮਾਤਮਾ ਯਾਦ ਕੀਤਾ ਜਾਂਦਾ ਹੈ, ਜਿੱਥੇ ਪ੍ਰਭੂ ਦੇ ਗੀਤ ਗਾਏ ਜਾਂਦੇ ਨੇ। ਕਹਿੰਦੇ ਉਹ ਕਿਸੇ ਕੰਮ ਨਹੀਂ ਆਉਣਗੇ। ਧੌਲ ਹਰ ਭਾਵ ਕੇ ਉੱਚੇ ਮੰਦਰ, ਵੱਡੇ ਮਹਿਲ, ਜਿੱਥੇ ਬਹਿ ਕੇ ਰੱਬ ਭੁੱਲ ਗਿਆ। ਝੋਲੀਆਂ ਭਰਨ ਵਾਲਾ, ਮਹਿਲ ਮਾੜੀਆਂ ਬਖਸ਼ਣ ਵਾਲਾ ਪਰਮਾਤਮਾ ਭੁੱਲ ਗਿਆ। ਮਹਾਰਾਜ ਕਹਿੰਦੇ ਨੇ, ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਗਤ ਨਹੀਂ ਛੁਟਕਾਰਾ। ਪ੍ਰਭੂ ਦੀ ਬੰਦਗੀ ਕਰੇਗਾ ਤੇ ਮੁਕਤੀ ਮਿਲੇਗੀ। ਮਹਿਲਾਂ ਵਿੱਚ ਰਹਿ ਕੇ ਵੀ ਦੁੱਖਾਂ ਤੋਂ ਮੁਕਤੀ ਨਹੀਂ ਮਿਲਦੀ, ਨਿਜਾਤ ਨਹੀਂ ਮਿਲਦੀ। ਮਹਿਲ ਵਾਲਿਆਂ ਨੂੰ ਸਗੋਂ ਬਹੁਤੀਆਂ ਚਿੰਤਾਵਾਂ ਹੁੰਦੀਆਂ ਨੇ। ਕੁੱਲੀ ਵਾਲੇ ਕੋਲ ਤੇ ਕੁਝ ਹੈ ਹੀ ਨਹੀਂ ਜੋ ਲੁੱਟਿਆ ਜਾਵੇਗਾ। ਮਹਿਲ ਵਾਲਾ ਪਦਾਰਥਾਂ ਨੂੰ ਭੋਗ ਨਹੀਂ ਪਾਉਂਦਾ, ਪਹਿਰੇਦਾਰੀ ਬਣ ਕੇ ਰਹਿ ਜਾਂਦਾ ਹੈ, ਸਾਂਭਦਾ ਹੀ ਰਹਿ ਜਾਂਦਾ ਹੈ। ਫਿਰ ਬਹੁਤਾ ਚੰਗਾ ਛਕਣ ਛਕਾਉਣ ਹੈ ਜਿਨ੍ਹਾਂ ਦਾ, ਉਹਨਾਂ ਨੂੰ ਰੋਗ ਵੀ ਵੱਡੇ ਲੱਗਦੇ ਨੇ। ਸੋ ਮਹਿਲਾਂ ਵਾਲੇ ਬਹੁਤੇ ਦੁਖੀ ਨੇ। ਜਿਹੜਾ
ਗਰੀਬੀ ਵਿੱਚ ਹੈ ਨਾ ਉਹ ਰੱਬ ਨੂੰ ਚੇਤੇ ਰੱਖ ਲੈਂਦਾ ਹੈ। ਸੋ ਮਹਾਰਾਜ ਕਹਿੰਦੇ ਨੇ ਭਗਤੀ ਤੋਂ ਬਿਨਾ ਰੋਗਾਂ ਸੋਗਾਂ ਤੋਂ ਛੁਟਕਾਰਾ ਨਹੀਂ ਹੈ। ਤੇ ਜਿਸ ਕੁੱਲੀ ਅੰਦਰ ਰੱਬ ਦਾ ਭਗਤ ਹੈ ਉਹਦੀ ਸ਼ੋਭਾ ਹੈ। ਜਿਸ ਮਹਿਲ ਵਿੱਚ ਰੱਬ ਨੂੰ ਵਿਸਾਰ ਦਿੱਤਾ ਜਾਂਦਾ ਹੈ ਉਹ ਦੁਨੀਆ ਤੋਂ ਮਹਿਲ ਮਾੜੀਆਂ ਮਿਟ ਜਾਂਦੇ ਨੇ। ਮਹਿਲਾਂ ਵਿੱਚ ਰਹਿਣ ਵਾਲਿਆਂ ਦਾ ਖੁਰਾ ਖੋਜ ਮਿਟ ਜਾਂਦਾ ਹੈ, ਪਰ ਕੁੱਲੀ ਵਿੱਚ ਰਹਿਣ ਵਾਲੇ ਬਾਬਾ ਕਬੀਰ ਜੀ, ਬਾਬਾ ਰਵਿਦਾਸ ਜੀ ਵਰਗਿਆਂ ਦਾ ਨਾਮ ਅਮਰ ਹੋ ਜਾਂਦਾ ਹੈ, ਜਿਨ੍ਹਾਂ ਰੱਬ ਨੂੰ ਚੇਤੇ ਰੱਖਿਆ। ਅਗਰ ਤੇਰੇ ਕੋਲ ਮਹਿਲ ਨੇ ਤੇ ਸ਼ੁਕਰਾਨਾ ਕਰਿਆ ਕਰ ਪਰਮਾਤਮਾ ਦਾ, ਉਹਦੇ ਗੀਤ ਗਾਇਆ ਕਰ, ਫਿਰ ਇਹ ਮਾਇਆ ਸਫਲੀ ਹੈ। ਅਗਰ ਉਹਦੇ ਗੀਤ ਨਹੀਂ ਗਾਵੇਂਗਾ, ਇਹ ਸਭ ਬੰਧਨ ਰੂਪ ਨੇ, ਰੋਗਾਂ ਸੋਗਾਂ ਵਿੱਚ ਜਕੜਿਆ ਰਵੇਂਗਾ। ਸੋ ਸ਼ੋਭਾ ਹੈ ਉਸ ਝੌਂਪੜੀ ਦੀ, ਉਸ ਕੁੱਲੀ ਦੀ, ਜਿੱਥੇ ਰੱਬ ਦੇ ਗੀਤ ਗਾਏ ਗਏ। 36 ਪ੍ਰਕਾਰ ਦੇ ਭੋਜਨ ਨਾਲੋਂ ਉਹ ਮੰਗ ਕੇ ਖਾਧੀ ਰੋਟੀ ਫਕੀਰਾਂ ਦੀ ਸੰਗਤ ਵਿੱਚ ਚੰਗੀ ਹੈ, ਜਿੱਥੇ ਸਤਸੰਗ ਹੋ ਗਿਆ, ਰੱਬ ਦੇ ਗੀਤ ਗਾਏ ਗਏ। ਅੱਗੇ ਕਬੀਰ ਜੀ ਮਹਾਰਾਜ ਫੁਰਮਾਨ ਕਰਦੇ ਨੇ, ਕਬੀਰ ਪਾਟਨ ਤੇ ਊਜਰ ਭਲਾ, ਰਾਮ ਭਗਤ ਜਿਹੇ ਠਾਏ। ਅਗਲੇ ਸ਼ਲੋਕ ਵਿੱਚ ਕਹਿੰਦੇ ਨੇ, ਪਾਟਨ ਤੋਂ ਭਾਵ, ਪਟਨ ਸੰਸਕ੍ਰਿਤ ਦਾ ਲਫ਼ਜ਼ ਹੈ, ਭਾਵ ਸ਼ਹਿਰ, ਨਗਰ। ਊਜਰ ਦਾ ਮਤਲਬ ਹੈ ਜਿੱਥੇ ਉਜਾੜ ਹੀ ਉਜਾੜ ਹੈ, ਜਿੱਥੇ ਵਸੇਬਾ ਨਹੀਂ ਹੈ ਕਿਸੇ ਦਾ, ਗੈਰ ਆਬਾਦ, ਜੰਗਲ ਆਦਿਕ ਸਮਝ ਲਵੋ। ਰਾਮ ਲਫ਼ਜ਼ ਰਮੇ ਹੋਏ ਰਾਮ ਲਈ ਆਇਆ ਹੈ, ਜੋ ਸਾਰੇ ਰਵ ਰਿਹਾ ਹੈ। ਕਹਿੰਦੇ ਨੇ ਰਾਮਾ ਰਮ ਰਾਮੈ ਅੰਤ ਨਾ ਪਾਇਆ। ਰਮੇ ਹੋਏ ਰਾਮ ਦਾ, ਜੋ ਹਰ ਜ਼ਰੇ ਅੰਦਰ ਹੈ, ਹਰ ਲੋਕ ਅੰਦਰ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਦਰਸ਼ਰਥ ਦੇ ਪੁੱਤਰ ਬਾਬਤ ਵੀ ਬਾਣੀ ਵਿੱਚ ਆਉਂਦਾ ਹੈ, ਮਨ ਮਹਿ ਝੂਰੈ ਰਾਮਚੰਦ ਸੀਤਾ ਲਛਮਣ ਜੋਗ। ਮਾਤਾ ਸੀਤਾ ਵਿਛੜ ਗਈ, ਲਕਸ਼ਮਣ ਮੂਰਛਿਤ ਹੋ ਗਏ, ਰਾਮ ਜੀ ਨੇ ਵਿਯੋਗ ਕੀਤਾ। ਸੋ ਕਈ ਜਗ੍ਹਾ ਉਹਨਾਂ ਦਾ ਜ਼ਿਕਰ ਹੈ ਬਾਣੀ ਵਿੱਚ, ਪਰ ਇੱਥੇ ਬਾਤ ਹੈ ਰਮੇ ਹੋਏ ਰਾਮ ਦੀ, ਜੋ ਤੁਹਾਡੇ ਮੇਰੇ ਸਾਰਿਆਂ 'ਚ ਜੋਤ ਬਣ ਕੇ ਸਮਾਇਆ ਹੈ। ਅੱਗੇ ਭਗਤ ਲਫ਼ਜ਼ ਵਰਤਿਆ ਹੈ, ਸਭ ਕੋ ਤੇਰਾ ਭਗਤ ਕਹਾਏ, ਸਈ ਭਗਤ ਤੇਰਾ ਮਨ ਭਾਏ। ਸੱਚ ਬਾਣੀ ਤੁਧੈ ਸਲਾਹਨ, ਰੰਗ ਰਾਤੇ ਭਗਤ ਕਰਾਵਣਿਆ। ਸਾਰੇ ਹੀ ਭਗਤ ਅਖਵਾਉਂਦੇ ਨੇ। ਕਿਸੇ ਨੂੰ ਪੁੱਛੋ ਘਾਟ ਨਾ ਕਿਨਹੀ ਕਹਾਇਆ, ਸਭ ਕਹਤੇ ਹੈ ਪਾਇਆ। ਸਾਰੇ ਕਹਿੰਦੇ ਰੱਬ ਮਿਲਿਆ ਹੈ ਸਾਨੂੰ, ਪਰ ਕਹਿੰਦੇ ਅਸਲ ਭਗਤ ਉਹ ਹੈ ਜਿਹੜਾ ਹਰ ਸਾਹ ਦੇ ਨਾਲ ਰੱਬ ਦੇ ਗੀਤ ਗਾਉਂਦਾ ਹੈ, ਉਹੀ ਰੱਬ ਨੂੰ ਪਾਉਂਦਾ ਹੈ। ਭਗਤ ਤੋਂ ਭਾਵ ਹੈ ਜੋ ਅਨੰਦ ਸੇਵਕ ਹੈ ਪਰਮਾਤਮਾ ਦਾ, ਜੋ ਇੱਕ ਰੰਗ ਪਰਮਾਤਮਾ ਨੂੰ ਧਿਆਉਂਦਾ ਰਹਿੰਦਾ ਹੈ। ਅੱਗੇ ਠਾਏ ਲਫ਼ਜ਼ ਹੈ, ਜਗ੍ਹਾ ਜਿੱਥੇ ਆਪਾਂ ਵਾਸ ਕਰਦੇ ਹਾਂ। ਹੁਣ ਕਬੀਰ ਜੀ ਕਹਿੰਦੇ ਨੇ, ਦੇਖੋ ਜਿਹੜਾ ਪਾਟਨ ਹੈ ਨਾ, ਸ਼ਹਿਰ ਹੈ, ਉਹਦੇ ਨਾਲੋਂ ਉਹ ਉਜਾੜ ਚੰਗੀ ਹੈ ਜਿੱਥੇ ਸਾਧੂ ਰਹਿੰਦੇ ਨੇ। ਪੁੱਛੋ ਜੀ ਕਿਉਂ? ਕਹਿੰਦੇ ਜਿਸ ਸ਼ਹਿਰ ਦੇ ਅੰਦਰ ਬੁਰੇ ਕਰਮ ਕੀਤੇ ਜਾਂਦੇ ਹੋਣ, ਲੋਕ ਵੇਸਵਾਗਾਮੀ ਹੋਣ, ਲੋਕ ਸ਼ਰਾਬੀ ਹੋਣ, ਨਸ਼ੇ ਪੱਤੇ ਕਰਦੇ ਹੋਣ, ਜਿੱਥੇ ਮੁਰਦਾਰ ਖਾਂਦਾ ਜਾਂਦਾ ਹੋਵੇ, ਦੂਸਰਿਆਂ ਦੇ ਹੱਕ ਮਾਰੇ ਜਾਂਦੇ ਹੋਣ, ਜਿੱਥੇ ਜੀਵਨ ਦੀਆਂ ਰੰਗੀਨੀਆਂ ਵਿੱਚ, ਐਸ਼ ਪ੍ਰਸਤੀ ਵਿੱਚ ਪੈ ਕੇ, ਸੁੱਖਾਂ ਸਹੂਲਤਾਂ ਵਿੱਚ ਪੈ ਕੇ ਰੱਬ ਦਾ ਚੇਤਾ ਜਾਵੇ ਭੁੱਲ, ਉਸ ਸ਼ਹਿਰ ਨਾਲੋਂ ਉਹ ਉਜਾੜ ਚੰਗੀ ਹੈ ਜਿੱਥੇ ਕੋਈ ਸਤਪੁਰਸ਼ ਚੌਂਕੜਾ ਲਾ ਕੇ ਰੱਬ ਦੇ ਗੀਤ ਗਾ ਰਿਹਾ ਹੈ। ਅੱਗੇ ਕਬੀਰ ਜੀ ਕਹਿੰਦੇ ਨੇ, ਰਾਮ
ਸੁਨੇਹੀ ਬਾਹਰਾ ਜੰਪੁਰ ਮੇਰੇ ਭਾਏ। ਕਬੀਰ ਜੀ ਕਿਉਂ ਉਹ ਸ਼ਹਿਰ ਬੁਰਾ ਹੈ, ਕਹਿੰਦੇ ਉੱਥੇ ਨਾਮ ਨਹੀਂ ਕੋਈ ਜਪਦਾ। ਫਿਰ ਉਸ ਸ਼ਹਿਰ ਨੂੰ ਕੀ ਕਹਿਣਾ ਚਾਹੀਦਾ ਹੈ? ਕਹਿੰਦੇ ਜਮਾਂ ਦੀ ਪੁਰੀ ਹੈ ਉਹ ਜਿਹੜਾ ਸ਼ਹਿਰ ਨੇ। ਉੱਥੇ ਪਰਮਾਤਮਾ ਦੇ ਪ੍ਰਤੀ ਸਨੇਹ ਨਹੀਂ ਹੈ, ਕਿਸੇ ਦੇ ਅੰਦਰ ਪਰਮਾਤਮਾ ਦੇ ਪ੍ਰਤੀ ਪਿਆਰ ਨਹੀਂ ਹੈ ਜਿਸ ਨੇ ਇਹ ਮਹਿਲ ਮਾੜੀਆਂ ਦਿੱਤੇ ਨੇ। ਮੁਹੱਬਤ ਨਹੀਂ ਹੈ ਪਰਮਾਤਮਾ ਦੇ ਨਾਲ ਉੱਥੇ ਕਿਸੇ ਨੂੰ। ਬਾਹਰਾ ਦਾ ਮਤਲਬ ਹੈ ਅੱਡਰਾ, ਵੱਖਰਾ। ਉਹ ਜਿਹੜਾ ਸ਼ਹਿਰ ਹੈ ਨਾ, ਉਹ ਪਰਮਾਤਮਾ ਦੀ ਮੁਹੱਬਤ ਤੋਂ ਬਾਹਰ ਹੋਏ ਬੈਠੇ ਲੋਕਾਂ ਦਾ ਵਸੇਬਾ ਘਰ ਹੈ। ਉੱਥੇ ਉਹ ਲੋਕ ਵਸਦੇ ਨੇ ਜਿਹੜੇ ਰੱਬ ਨੂੰ ਯਾਦ ਨਹੀਂ ਕਰਦੇ, ਭਗਤੀ ਵਿਹੂਣੇ ਲੋਕ ਵਸਦੇ ਨੇ ਉੱਥੇ, ਪ੍ਰੇਮ ਤੋਂ ਵਿਹੂਣੇ ਲੋਕ ਵਸਦੇ ਨੇ ਉੱਥੇ। ਕਹਿੰਦੇ ਉਹ ਜੰਮਪੁਰ ਹੈ, ਉਹ ਸੋਭਾ ਵਾਲਾ ਨਹੀਂ ਹੈ, ਜਮਾਂ ਦੀ ਪੁਰੀ ਵਰਗਾ ਹੈ। ਉਹ ਜਮਾਂ ਦਾ ਦੇਸ਼ ਹੈ, ਉੱਥੇ ਭੂਤ ਪ੍ਰੇਤ ਹੀ ਵਸਦੇ ਨੇ, ਜੰਮ ਵਸਦੇ ਨੇ। ਕਹਿੰਦੇ ਬੰਦੇ ਥੋੜ੍ਹੀ ਵਸਦੇ ਨੇ। ਇਨਸਾਨ ਤੇ ਉਹ ਜਿਸ ਵਿੱਚ ਇਨਸਾਨੀਅਤ ਹੈ, ਜੋ ਰੱਬ ਦੇ ਗੀਤ ਗਾਉਂਦਾ ਹੈ। ਸੋ ਮਹਾਰਾਜ ਇੱਥੇ ਸਮਝਾਉਂਦੇ ਨੇ ਇਹਨਾਂ ਦੇ ਅੰਦਰ ਪਿਆਰ ਨਹੀਂ। ਤੇ ਜਦੋਂ ਲੋਕਾਂ ਦੇ ਅੰਦਰ ਪਿਆਰ ਨਾ ਹੋਵੇ ਉਸ ਜਗ੍ਹਾ ਨੂੰ ਕਹਿੰਦੇ ਮੈਂ ਤੇ ਜੰਮਪੁਰੀ ਸਮਝਦਾ ਹਾਂ। ਬਾਣੀ ਚਾਹੁੰਦਾ ਨਾ ਕਬੀਰ, ਜਾ ਘਰ ਸਾਧਨਾ ਸੇਵੀਐ ਹੈ, ਹਰ ਕੀ ਸੇਵਾ ਨਾਹੇ, ਤੇ ਘਰ ਮਰ ਹਟ ਸਾਰਖੇ, ਭੂਤ ਬਸਹਿ ਤਿਨ ਮਾਹੇ। ਕਹਿੰਦੇ ਜਿਨ੍ਹਾਂ ਘਰਾਂ ਵਿੱਚ ਰੱਬ ਦੇ ਗੀਤ ਗਾਉਣ ਵਾਲਿਆਂ ਦਾ ਅਦਬ ਨਹੀਂ ਹੈ, ਸਤਿਕਾਰ ਨਹੀਂ ਹੈ, ਹਰ ਕੀ ਸੇਵਾ ਨਾਹੇ। ਹਰ ਕੀ ਸੇਵਾ ਕੀ ਹੈ? ਭਗਤੀ। ਜਿੱਥੇ ਪਰਮਾਤਮਾ ਦੇ ਨਾਮ ਦੀ ਭਗਤੀ ਨਹੀਂ ਹੁੰਦੀ, ਕਹਿੰਦੇ ਉਹ ਜਿਹੜੇ ਘਰ ਨੇ ਨਾ, ਉਹ ਮਰਹਟ ਨੇ, ਮਸਾਨ ਨੇ, ਉਹ ਮੜੀਆਂ ਵਰਗੇ ਨੇ, ਉਹ ਜਮਾਂ ਦੀ ਪੁਰੀ ਵਰਗੇ ਨੇ। ਇਹ ਬੰਦੇ ਨਹੀਂ ਰਹਿੰਦੇ ਇਹਨਾਂ ਘਰਾਂ 'ਚ, ਕਹਿੰਦੇ ਭੂਤ ਵਸਦੇ ਨੇ, ਠੱਗੀ ਠੋਰੀ ਮਾਰਨ ਵਾਲੇ ਵਸਦੇ ਨੇ, ਮੁਰਦਾਰ ਖਾਣ ਵਾਲੇ ਵਸਦੇ ਨੇ, ਲੋਕਾਂ ਦਾ ਹੱਕ ਖੋਹਣ ਵਾਲੇ ਵਸਦੇ ਨੇ। ਫਿਰ ਕਿਹੜੇ ਘਰ ਸੋਭਨੀਕ ਨੇ, ਕਿਹੜੀ ਕੁੱਲੀ ਸੋਭਨੀਕ ਹੈ, ਕਿਹੜਾ ਮਹੱਲ ਸੋਭਨੀਕ ਹੈ? ਕਹਿੰਦੇ ਘਰ ਮੰਦਰ ਹਟ ਨਾਲੇ ਸੋਹੇ, ਜਿਸ ਵਿੱਚ ਨਾਮ ਨਿਵਾਸੀ ਰਾਮ, ਸੰਤ ਭਗਤ ਹਰ ਨਾਮ ਅਰਾਧ ਹੈ, ਕਟਿਐ ਜਮ ਕੀ ਫਾਸੀ ਰਾਮ। ਉਹ ਉਜਾੜ ਵੀ ਸੋਹਣੀ ਹੈ, ਉਹ ਘਰ ਵੀ ਸੋਹਣਾ ਹੈ, ਉਹ ਮਹੱਲ ਵੀ ਸਫਲਾ ਹੈ, ਜਿੱਥੇ ਅਕਾਲ ਪੁਰਖ ਦੇ ਗੀਤ ਗਾਏ ਜਾਂਦੇ ਨੇ, ਜਿੱਥੇ ਰੱਬ ਦੇ ਨਾਮ ਦਾ ਵਾਸਾ ਹੈ। ਉਹਨਾਂ ਘਰਾਂ ਵਿੱਚ ਰਹਿਣ ਵਾਲਿਆਂ ਦੀ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ। ਦੇ ਵਿਲ ਬੀ ਐਮੈਂਸੀਪੇਟਡ, ਉਹ ਮੁਕਤ ਹੋ ਜਾਂਦੇ ਨੇ। ਤੇ ਜਿੱਥੇ ਰੱਬ ਦੇ ਗੀਤ ਨਹੀਂ ਗਾਏ ਜਾਂਦੇ, ਵਡਿਆਈ ਨਹੀਂ ਕੀਤੀ ਜਾਂਦੀ, ਉਹਨੂੰ ਘਰ ਨਾ ਸਮਝਿਓ, ਵੱਡਾ ਭੁਲੇਖਾ ਹੈ। ਕਹਿੰਦੇ ਜਮਾਂ ਦੀ ਪੁਰੀ ਹੈ, ਉਸ ਘਰ ਵਿੱਚ ਬੰਦੇ ਥੋੜ੍ਹੀ ਰਹਿੰਦੇ, ਭੂਤ ਪ੍ਰੇਤ ਵਸੇ ਹੋਏ ਨੇ। ਸੋ ਘਰ ਬਾਹਰ ਮਹਿਲ ਮਾੜੀਆਂ, ਕੁੱਲੀ ਝੁੱਗੀ ਉਹ ਸਫਲੀ ਜਿੱਥੇ ਰੱਬ ਦਾ ਸ਼ੁਕਰਾਨਾ ਹੈ, ਰੱਬ ਦੇ ਗੀਤ ਗਾਏ ਜਾਂਦੇ ਨੇ। ਸੋ ਅਗਲੇ ਸ਼ਲੋਕ ਵਿੱਚ ਕਬੀਰ ਜੀ ਹੁਕਮ ਕਰਦੇ ਨੇ, ਕਬੀਰ ਗੰਗ ਜਮਨ ਕੇ ਅੰਤਰੇ, ਸਹਿਜ ਸੁਨ ਕੇ ਘਾਟ। ਇੱਥੇ ਬ੍ਰਹਮਵੇਤੇ ਮਹਾਤਮਾ ਦੀ ਜੋ ਅਵਸਥਾ ਹੈ ਉਸ ਨੂੰ ਬਿਆਨ ਕਰਦੇ ਨੇ। ਗੰਗ ਤੇ ਜਮਨ ਦੋ ਨਦੀਆਂ ਦੇ ਨਾਮ, ਤੇ ਫਿਰ ਅੰਤਰੇ ਦੀ ਗੱਲ ਕੀਤੀ ਹੈ, ਇਹਨਾਂ ਦੇ ਵਿਚਕਾਰ ਜੋ ਹੈ। ਹੁਣ ਮਹਾਂਪੁਰਸ਼ ਇੱਥੇ ਸਾਨੂੰ ਕੁਝ ਏੜਾ ਪਿੰਗਲਾ ਬਾਬਤ ਵੀ ਇਸ਼ਾਰਾ ਕਰਦੇ ਨੇ। ਖੱਬੀ ਤੇ ਸੱਜੀ ਨਾਸਕਾ, ਇੱਥੋਂ ਸਪਾਈਨ ਤੋਂ
ਪਿੱਛੋਂ ਦੋ ਨਾੜੀਆਂ ਚੱਲਦੀਆਂ ਨੇ ਤੇ ਇਹ ਆਪਣੇ ਸਿਰ ਤਾਈਂ ਪਹੁੰਚਦੀਆਂ ਨੇ। ਖੱਬੀ ਨਾਸਕਾ ਚੋਂ ਜਿਹੜੀ ਨਾੜੀ ਲੰਘਦੀ ਹੈ ਈੜਾ ਕਹਿ ਦਿੰਦੇ ਨੇ, ਸੱਜੀ ਚੋਂ ਜੋ ਲੰਘਦੀ ਹੈ ਉਸ ਨੂੰ ਪਿੰਗਲਾ ਕਹਿ ਦਿੰਦੇ ਨੇ। ਹੁਣ ਇਹਨਾਂ ਦੋਹਾਂ ਨਾੜੀਆਂ ਦੇ ਵਿਚਕਾਰ ਸੁਖਮਨਾ ਹੈ। ਉਹ ਸਪਾਈਨ ਦੇ ਵਿਚਕਾਰੋਂ, ਰੀੜ੍ਹ ਦੀ ਹੱਡੀ ਦੇ ਵਿਚਕਾਰੋਂ ਜਾਂਦੀ ਹੈ, ਬਰੀਕ ਜੀ ਨਾੜੀ ਹੈ। ਇਹ ਅਧਿਆਤਮਕ ਦੁਨੀਆ ਵਿੱਚ ਮੰਨੀਆਂ ਗਈਆਂ ਨਾੜੀਆਂ ਨੇ। ਜੇ ਬੰਦੇ ਦੀ ਚੀਰ ਫਾੜ ਕਰੋਗੇ ਤੇ ਵਿੱਚੋਂ ਕੁਝ ਨਹੀਂ ਲੱਭੇਗਾ। ਜਿਵੇਂ ਫੁੱਲ 'ਚੋਂ ਖੁਸ਼ਬੋਈ ਆਉਂਦੀ ਹੈ, ਮਾਣਦੇ ਰਹੋ। ਜੇ ਆਖੋ ਖੁਸ਼ਬੋਈ ਹੁਣ ਲੱਭ ਲਈਏ ਪੱਤੇ ਤੋੜ ਕੇ, ਕੁਝ ਨਹੀਂ ਲੱਭੇਗਾ। ਇਹ ਕੰਗਰੋੜ ਦੇ ਹੇਠਾਂ ਤੋਂ ਆਰੰਭ ਹੋ ਕੇ ਦਸਮ ਦੁਆਰ ਤੱਕ ਪਹੁੰਚਦੀਆਂ ਨੇ। ਜਦੋਂ ਤ੍ਰੈਆਂ ਦਾ ਸੰਗਮ ਹੁੰਦਾ ਹੈ ਨਾ, ਤਿੰਨੇ ਮਿਲ ਜਾਂਦੀਆਂ ਨੇ ਤੇ ਜੋਗੀ ਜਨ ਉੱਤਮ ਪ੍ਰਾਪਤੀ ਮੰਨਦੇ ਨੇ ਇਸ ਨੂੰ। ਜੋ ਪਰਮਾਤਮਾ ਦੇ ਗਿਆਨ ਨੂੰ ਪ੍ਰਾਪਤ ਕਰ ਚੁੱਕੇ ਮਹਾਂਪੁਰਸ਼ ਨੇ, ਉਹ ਇਹਦਾ ਅਰਥ ਹੋਰ ਕਰਦੇ ਨੇ। ਉਹ ਕਹਿੰਦੇ ਜੀ ਦੇਖੋ, ਈੜਾ ਪਿੰਗਲਾ ਸੁਖਮਨਾ ਮਾਨੋ ਗੰਗਾ ਜਮਨਾ ਸਰਸਵਤੀ ਹੈ। ਤੇ ਜਿੱਥੇ ਤਿੰਨੇ ਨਦੀਆਂ ਮਿਲ ਜਾਂਦੀਆਂ ਨੇ, ਜਿੱਥੇ ਇਹਨਾਂ ਦਾ ਸੰਗਮ ਹੁੰਦਾ ਹੈ, ਉਸ ਨੂੰ ਪ੍ਰਯਾਗ ਤੀਰਥ ਕਹਿ ਦਿੱਤਾ ਜਾਂਦਾ ਹੈ। ਇੱਦਾਂ ਹੀ ਕਬੀਰ ਜੀ ਮਹਾਰਾਜ ਸਮਝਾਉਂਦੇ ਨੇ, ਗੰਗਾ ਤੋਂ ਭਾਵ ਹੈ ਭਗਤੀ, ਜਮਨਾ ਤੋਂ ਭਾਵ ਹੈ ਸ਼ੁਭ ਕਰਮ, ਚੰਗੇ ਕਰਮ, ਨੇਕ ਕਰਮ। ਸੁਰਸਤੀ ਤੋਂ ਭਾਵ ਹੈ ਗਿਆਨ। ਤੇ ਤ੍ਰੈਆਂ ਦਾ ਸੰਗਮ ਕਿਹੜੀ ਤ੍ਰਿਵੈਣੀ ਵਿੱਚ ਹੁੰਦਾ ਹੈ? ਸਤ ਸੰਗਤ ਵਿੱਚ, ਜਿੱਥੇ ਸ਼ੁਭ ਕਰਮਾਂ ਦੀ ਜਾਚ ਵੀ ਆਉਂਦੀ ਹੈ ਔਰ ਸਾਹਮਣੇ ਦੇਖਣ ਨੂੰ ਮਿਲਦੇ ਨੇ, ਸੇਵਾ ਕਰਨ ਵਾਲੇ ਕਈ ਦਿਖਦੇ ਨੇ। ਇੱਥੇ ਗਿਆਨ ਦੀ ਗੱਲ ਵੀ ਚੱਲਦੀ ਹੈ, ਇੱਥੇ ਭਗਤੀ ਕਰਨ ਵਾਲੇ ਵੀ ਬੈਠੇ ਹੁੰਦੇ ਨੇ। ਔਰ ਜਿਹਨੇ ਇਹ ਤਿੰਨੇ ਗੁਣ ਹਾਸਲ ਕਰ ਲਏ ਨਾ, ਉਹ ਉਨਮਨ ਅਵਸਥਾ ਵਿੱਚ ਪਹੁੰਚ ਗਿਆ, ਸਹਿਜ ਅਵਸਥਾ ਵਿੱਚ ਪਹੁੰਚ ਗਿਆ। ਉਹਦਾ ਮੰਗਣਾ ਮੁੱਕ ਗਿਆ, ਉਸ ਨੂੰ ਸੁੰਨ ਸਮਾਧੀ ਹਾਸਲ ਹੋ ਗਈ। ਸੁੰਨ ਸਮਾਧੀ ਕੀ ਹੈ? ਜਿੱਥੇ ਮਨ ਦੀ ਭਟਕਣਾ ਮੁੱਕ ਜਾਂਦੀ ਹੈ। ਜੋਗੀ ਕਹਿ ਦਿੰਦੇ ਜੀ ਦਸਮ ਦੁਆਰ ਪਹੁੰਚ ਗਿਆ। ਸਾਡੇ ਲਈ ਉਹ ਸਿਮਰਨ ਕਰਦਿਆਂ ਕਰਦਿਆਂ ਇਸ ਅਵਸਥਾ ਦੇ ਪਹੁੰਚਣ ਦੀ ਬਾਤ ਹੈ, ਜਿੱਥੇ ਮਨ ਦੇ ਅੰਦਰੋਂ ਫੁਰਨੇ ਮਿਟ ਜਾਂਦੇ ਨੇ। ਤੇ ਜਦੋਂ ਨਾਮ ਅਭਿਆਸ ਸਾਧੂ ਜਨ ਕਰਦੇ ਨੇ ਨਾ, ਬੰਦਗੀ ਕਰਦੇ ਨੇ, ਤੇ ਉਹਨਾਂ ਨੂੰ ਚੌਂਕੜਾ ਲਾਉਣ ਦੇ ਸਮੇਂ ਕਈ ਵਾਰ ਸਿਰ ਦੇ ਵਿਚਕਾਰੋਂ ਐਸਾ ਆਨੰਦ ਆਉਂਦਾ ਹੈ, ਐਸਾ ਟਿਕਾਊ ਆਉਂਦਾ ਹੈ, ਐਸਾ ਰਸ ਆਉਂਦਾ ਹੈ, ਐਸੀ ਨਾਮ ਦੀ ਧਵਨੀ ਚੱਲਦੀ ਹੈ। ਇੱਕ ਰਸ ਅਨਾਹਦ ਵਾਜੇ ਨਾਮ ਦੇ ਵੱਜ ਜਾਂਦੇ ਨੇ ਔਰ ਉਹ ਲੰਮਾ ਲੰਮਾ ਸਮਾਂ ਉਸ ਚੌਂਕੜੇ 'ਚ ਬੈਠੇ ਰਹਿੰਦੇ ਨੇ। ਕਿਉਂਕਿ ਚੌਂਕੜਾ ਉੱਥੇ ਲੱਗਦਾ ਹੈ ਜਿੱਥੋਂ ਰਸ ਆਉਂਦਾ ਆਵੇ। ਆਨੰਦ ਨਾ ਆਵੇ ਤੇ ਜਪਜੀ ਸਾਹਿਬ ਕਰਨਾ ਵੀ ਸਾਡੇ ਲਈ ਔਖਾ ਹੁੰਦਾ ਹੈ। ਕਦੇ ਇੱਧਰ ਨੂੰ ਚੌਂਕੜਾ, ਕਦੇ ਉੱਧਰ ਨੂੰ ਲੱਤਾਂ, ਕਦੇ ਇੱਧਰ ਵੇਖਦੇ, ਕਦੇ ਉੱਧਰ ਵੇਖਦੇ ਆ। ਜਦੋਂ ਨੋਟਾਂ ਦੀ ਥਈ ਗਿਣਦੇ ਹੋਈਏ, ਕਿਤੇ ਭੋਰਾ ਧਿਆਨ ਇੱਧਰ ਨਹੀਂ ਜਾਂਦਾ, ਪੈਸੇ 'ਚੋਂ ਰਸ ਬੜਾ ਆਉਂਦਾ ਹੈ। ਜਪਜੀ ਸਾਹਿਬ ਪੜ੍ਹਦਿਆਂ ਰਸ ਨਹੀਂ ਆਉਂਦਾ, ਮਨ ਭਟਕਦਾ ਹੈ। ਜਿਨ੍ਹਾਂ ਨੂੰ ਰਸ ਆ ਗਿਆ, ਜਿਨ੍ਹਾਂ ਨੂੰ ਸਹਿਜ ਸਮਾਧੀ ਹਾਸਲ ਹੋ ਗਈ, ਉਹ ਬ੍ਰਹਮ ਵੇਤੇ ਅਖਵਾਉਂਦੇ ਨੇ, ਉਹ ਮਹਾਂਪੁਰਸ਼ ਅਖਵਾਉਂਦੇ ਨੇ। ਜੋਗੀ ਪ੍ਰਾਣਾਯਾਮ ਕਰਕੇ ਇਕਾਗਰਤਾ ਲੱਭਦੇ ਨੇ। ਕਾਮਯਾਬ ਹੋ ਜਾਣ ਤੇ ਉਹਨਾਂ ਨੂੰ ਸਿੱਧੀਆਂ ਪ੍ਰਾਪਤ ਹੁੰਦੀਆਂ ਨੇ। ਤੇ ਸਿੱਖ ਜਗਤ ਦੇ ਵਿੱਚ ਜਦੋਂ ਭਗਤੀ ਕਰੀਏ, ਸ਼ੁਭ ਕਰਮ ਕਰੀਏ, ਗਿਆਨ ਹਾਸਲ ਹੋ ਜਾਵੇ, ਐਸੀ ਸਮਾਧ ਹਾਸਲ ਹੁੰਦੀ ਹੈ ਜਿਸ ਨੂੰ ਸਹਿਜ ਸਮਾਧ ਕਹਿ ਦਿੱਤਾ ਜਾਂਦਾ ਹੈ। ਕੁਦਰਤੀ ਅਵਸਥਾ। ਇਹ ਜਿਹੜਾ ਸਾਡੇ ਅੰਦਰ ਸੂਖਸ਼ਮ ਸਰੀਰ ਹੈ ਨਾ, ਜਦੋਂ ਆਪਣੀ ਅਸਲ ਬਨਾਵਟ ਵਰਗਾ ਹੋ ਜਾਵੇ, ਨਿਰਮਲ ਹੋ ਜਾਵੇ,
परमात्मा विच अभेद हो जाता है। असल बनावट परमात्मा तो है, परमात्मा निर्मल है, उहदे च विकारां दी मैल नहीं। तो जदों ये जीव आत्मा निर्मल हो गया, परमात्मा विच इकमिक हो गया, परमात्मा ताईं जिहदी पहुँच बन गई, निधियां दा मालक बन गया, वो अफुर समाधि च चलिया गया, उहदा मंगना मुक गया, फुरने मिट गए मन दे, मन ऐन सुन हो जाता है उहदा। ये सर्ब अवस्था तो परे अवस्था है, यथार्थ है। सो कबीर जी महाराज इहदे बाबत कहिंदे ने, कहिंदे मैं सुन समाधि विच हाँ, जिथे शून्य है, जिथे कोई फुरना है नहीं है, जिथे कोई मंग है नहीं है, नाम दा रस लिया जा रहा है। कहते मैं उस सहज अवस्था विच टिकिया होया हाँ। बाणी दे विच जदों तुसीं पढ़दे हो ना, जगह जगह इहदा जिक्र आउंदा है, गुर पूरे के चरण मन वुठे, सहज समाध लगी लिव अंतर, सो रस सोई जाणै जियो। जिन्हां ते पूरे गुरु की किरपा हो जाती है, जिन्हां ते पूरा गुरु रीझ जाता है, जिन्हां दे अंदर गुरु दे चरण वस जाते ने, वो सहज समाधि विच पहुँचता है, वो सुन समाधि विच पहुँचता है। उहदी परमात्मा नाल ऐसी लिव लगती है, होर किसी भी पदार्थ वल उहदा ध्यान नहीं जाता। उन्होंने ऐसा नाम चों रस आउंदा है, होर सब रस फिके पै जाते ने। कबीर कहते मैं उत्थे टिक गया हाँ। अगे महाराज कहिंदे ने, तहा कबीर मट किया, खोजत मुन जन बाट। मैं उस ज्ञान की अवस्था विच, सहज की अवस्था विच मट किया, मट कहिंदे ने जिथे जोगी जन, जग्यासू जन बैठ के अभ्यास करते ने, परमात्मा दे गीत गाउंदे ने, वो मड़ा वो निवास स्थान। मुन लफ्ज़ है वो पुरुष जिन्हां दा मन दुख विच व्याकुल नहीं हुंदा, जो दुख तो परे ने, रिखी जन, साधु जन, संत जन। मुन जन, जन लफ्ज़ है परमात्मा दे प्यारे लई, संस्कृत विच आदमी नूं कहिंदे ने, महापुरुष नूं कहिंदे ने। अगे लफ्ज़ वरतिया बाट, मार्ग, रस्ता। कबीर जी महाराज इत्थे समझाउंदे ने, कहिंदे मैं कबीर ने उथे टिकाणा हासिल किया है, उथे टिकना किया है, उथे वसना किया है, जिथे बड़े बड़े मुनि जन महापुरुष टिकना चाहते ने। सहज समाध, ज्ञान की वर्खा जिथे हुंदी है, अनहद वाजे जिथे वजदे ने, एक रस परमात्मा दे गीत जिथे सुनाई दिंदे ने। बड़े जग्यासू उथे पहुँचना चाहते ने पर पहुँच नहीं पाते, रस्ता खोजते ने पर मंजिल नहीं मिलती। वैसे अपना सारिਆਂ ਦਾ ही जन्म ਉਹਦੀ प्राप्ति ਲਈ होया है, भई पर आपत मन नुखदे हुरिया, गोविंद मिलन की यह तेरी बरिया। सारे ही चले आ उसकी प्राप्ति ਲਈ, सारियां ही नदियां, सारे ही झरने सागर ताईं पहुँचना चाहते ने पर हर एक पहुँच नहीं पाता। कबीर जी कहते मैं उत्थे पहुँच गया हाँ। ओत पोत जन हर रस राते, सुन समाध नाम रस माते। कबीर जी वर्गे महापुरुष परमात्मा नाल इकमिक होए ने। वो किवें सहज विच अभेद होए, जदों उहदा रस आउण लग पिया, नाम चों आनंद आउण लग पिया, फिर जपदे रहे, ऐसी अवस्था हासिल हो गई, जपदियां जपदियां उहदे वर्गे ही हो गए। जिवें ताना पेटा एक दूजे नाल चंबड़िया हुंदा ना, एक सूत वेखो उहदे विच किन्ने निक्के निक्के बरीक धागे ने, वो इकमिक होए हुंदे ने। इदां ही परमेश्वर ते उहदे प्यारे इकमिक हुंदे ने। और रस लैंदियां लैंदियां सुन समाधि मिलदी है।
ਨਾਮ ਚੋਂ ਰਸ ਜਿਸ ਨੂੰ ਆਉਂਦਾ ਹੈ ਉਹ ਸੁੰਨ ਸਮਾਧੀ ਵਿੱਚ ਪਹੁੰਚਦਾ ਹੈ। ਡੀਪੈਸਟ ਸਮਾਧੀ, ਡੀਪੈਸਟ ਮੈਡੀਟੇਸ਼ਨ, ਉਹ ਚੌਂਕੜਾ ਜਿੱਥੋਂ ਐਸਾ ਰਸ ਆਇਆ ਉੱਠਣ ਨੂੰ ਚੇਤੀ ਨਾ ਕਰੇ। ਜਦੋਂ ਅਸੀਂ ਨਿਤਨੇਮ ਕਰਦੇ ਹਾਂ, ਪੰਜ ਬਾਣੀਆਂ ਪੜ੍ਹਦੇ ਹਾਂ, ਤੇ ਮਨ ਦੌੜਿਆ ਫਿਰਦਾ ਹੈ ਵੀ ਕਦੋਂ ਇਹ ਕੰਮ ਨਿਬੜੇ, ਕਦੋਂ ਗੁੜਕਾ ਸਾਹਿਬ ਰੱਖੀਏ, ਤੇ ਕਦੋਂ ਦੁਕਾਨ 'ਤੇ ਬਹੀਏ, ਤੇ ਕਦੋਂ ਠੱਗੀ ਸ਼ੁਰੂ ਕਰੀਏ। ਤੇ ਜਿਨ੍ਹਾਂ ਨੂੰ ਰਸ ਆਉਂਦਾ ਹੈ ਉਹ ਕਹਿੰਦੇ ਨੇ ਇਉਂ ਮਰਦੇ ਆ ਜਿਵੇਂ ਮੱਛੀ ਪਾਣੀ ਬਿਨਾਂ ਮਰਦੀ ਹੈ ਜੇ ਬਾਣੀ ਨੂੰ ਛੱਡਦੇ ਆ। ਸੁੰਨ ਸਮਾਧੀ, ਜਿੱਥੇ ਨਾਮ ਤੋਂ ਬਿਨਾਂ, ਖੁਦਾਇਆ ਤੋਂ ਬਿਨਾਂ ਕੋਈ ਫੁਰਨਾ ਹੀ ਨਾ ਰਹਿ ਜਾਵੇ, ਪਰਮਾਤਮਾ ਤੋਂ ਬਿਨਾਂ ਕੋਈ ਮੰਗ ਹੀ ਨਾ ਰਹਿ ਜਾਵੇ। ਐਸੇ ਜਿਹੜੇ ਮਹਾਂਪੁਰਸ਼ ਨੇ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੈ, ਨਾਨਕ ਜਨ ਸੰਗ ਕੇਤੇ ਤਰੇ। ਇੱਦਾਂ ਦਾ ਭਗਤ ਫਿਰ ਕਬੀਰ ਜੀ ਵਾਂਗੂ ਪ੍ਰਗਟ ਹੁੰਦਾ ਹੈ। ਆਪ ਤੇ ਉਹ ਮੁਕਤੀ ਹੈ, ਜਿਹੜਾ ਉਹਦੀ ਸੰਗਤ ਕਰਦਾ ਹੈ ਉਹ ਵੀ ਮੁਕਤੀ ਹਾਸਲ ਕਰ ਲੈਂਦਾ ਹੈ। ਜਿਹਨੂੰ ਸੁੰਨ ਸਮਾਧੀ ਮਿਲ ਗਈ ਉਹ ਮੁਕਤ ਹੈ, ਉਹਦਾ ਜੰਮਣਾ ਮਰਨਾ ਮਿਟ ਜਾਂਦਾ ਹੈ। ਕਹਿੰਦੇ ਉਹ ਆਪ ਤੇ ਲਿਬਰੇਸ਼ਨ ਹਾਸਲ ਕਰੇਗਾ ਹੀ, ਮੁਕਤੀ ਹਾਸਲ ਕਰੇਗਾ ਹੀ। ਮੈਨੀ ਅਦਰਸ ਵਿਲ ਬੀ ਸੇਵਡ, ਜਿਹੜੇ ਉਹਦੀ ਸੰਗਤ ਚਲੇ ਜਾਣਗੇ ਉਹਨਾਂ ਨੂੰ ਵੀ ਮੁਕਤੀ ਮਿਲ ਜਾਵੇਗੀ, ਉਹਨਾਂ ਨੂੰ ਵੀ ਨਿਜਾਤ ਹਾਸਲ ਹੋ ਜਾਵੇਗੀ। ਥਰੂ ਦਾ ਡਿਵੋਸ਼ਨ ਆਫ ਦਾ ਲਾਰਡ, ਖੁਦਾ ਦੀ ਇਬਾਦਤ ਕਰਦਿਆਂ ਕਰਦਿਆਂ, ਉਹਦੇ ਪ੍ਰਤੀ ਸਮਰਪਿਤ ਹੋਇਆਂ ਮੁਕਤੀ ਮਿਲ ਜਾਵੇਗੀ। ਸੋ ਕਬੀਰ ਸੁੰਨ ਸਮਾਧੀ 'ਚ ਰਹਿੰਦਾ ਹੈ। ਕਬੀਰ ਜੀ ਦੀ ਉਹ ਅਵਸਥਾ ਹੈ ਬ੍ਰਹਮ ਵੇਤਿਆਂ ਵਾਲੀ, ਪਰਮਾਤਮਾ ਦੇ ਨਾਮ ਤੋਂ ਬਿਨਾਂ, ਉਹਦੀ ਪ੍ਰਾਪਤੀ ਤੋਂ ਬਿਨਾਂ ਜਿੱਥੇ ਕੋਈ ਇੱਛਾ ਨਹੀਂ ਰਹਿ ਜਾਂਦੀ। ਸੋ ਅੱਗੇ ਮਹਾਰਾਜ ਅਗਲੇ ਸ਼ਲੋਕ ਵਿੱਚ ਹੁਕਮ ਕਰਦੇ ਨੇ, ਕਬੀਰ ਜੈਸੀ ਉਪਜੀ ਪੇੜ ਤੇ, ਜੋ ਤੈਸੀ ਨਿਭੈ ਓੜ। ਕਬੀਰ ਜੀ ਕਹਿੰਦੇ ਨੇ ਜਿਵੇਂ ਕੋਈ ਨਵਾਂ ਉੱਗਿਆ ਪੌਦਾ ਬੜਾ ਕੋਮਲ ਹੁੰਦਾ ਹੈ ਨਾ, ਤੇ ਉਹ ਵੱਡਾ ਹੋ ਜਾਵੇ ਤੇ ਕਠੋਰ ਬਣ ਜਾਂਦਾ ਹੈ। ਕਹਿੰਦੇ ਜੇ ਉਸ ਪੌਦੇ ਵਾਂਗ ਤੂੰ ਕੋਮਲ ਰਵੇਂ ਜੋ ਨਵਾਂ ਨਵਾਂ ਪੈਦਾ ਹੋਇਆ ਹੈ, ਇਨਸਾਨੀਅਤ ਦਾ ਧਾਰਨੀ ਰਵੇਂ, ਦਇਆ ਧਰਮ ਖਿਮਾ ਦਾ ਧਾਰਨੀ ਰਵੇਂ, ਖਿਮਾ ਦਾ ਧਾਰਨੀ ਰਵੇਂ, ਓੜ ਤੱਕ, ਅਖੀਰ ਤੱਕ ਇਹ ਤੇਰੇ ਵਿੱਚ ਗੁਣ ਰਹਿਣ। ਜਿਵੇਂ ਰੁੱਖ ਵੱਡਾ ਹੋ ਕੇ ਸਖਤ ਹੋ ਜਾਂਦਾ ਹੈ, ਉੱਚੀ ਅਵਸਥਾ ਹਾਸਲ ਹੋ ਵੀ ਜਾਵੇ ਤੇ ਸਖਤ ਨਾ ਹੋਈ, ਦਇਆ ਨਾ ਛੱਡ ਦਈ, ਖਿਮਾ ਨਾ ਛੱਡ ਦਈ, ਹੰਕਾਰ ਵਿੱਚ ਕਠੋਰ ਨਾ ਹੋ ਜਾਈ। ਤੇ ਕਹਿੰਦੇ ਫਿਰ ਜਿਹੜਾ ਤੇਰਾ ਮੁਕਾਬਲਾ ਹੈ ਨਾ, ਉਹ ਹੀਰਾ ਵੀ ਨਹੀਂ ਕਰ ਸਕਦਾ, ਕਿਉਂਕਿ ਹੀਰੇ ਦਾ ਕੋਈ ਨਾ ਕੋਈ ਤੇ ਮੁੱਲ ਹੈ, ਪਰ ਇਹ ਸਤਪੁਰਸ਼ ਤੇਰਾ ਕੋਈ ਮੁੱਲ ਨਹੀਂ ਹੋਵੇਗਾ, ਤੇਰੀ ਦੁਨੀਆ ਤੇ ਜੈ ਜੈਕਾਰ ਹੋਵੇਗੀ। ਮਹਾਰਾਜ ਕਬੀਰ ਜੀ ਕਹਿੰਦੇ ਨੇ, ਹੀਰਾ ਕਿਸਕਾ ਬਪੂਰਾ ਪੁਜਹ ਨਾ ਰਤਨ ਕਰੋੜ। ਹੀਰਾ ਤੇ ਕੁਝ ਵੀ ਨਹੀਂ ਹੈ ਵਿਚਾਰਾ, ਤੂੰ ਅਮੁੱਲਾ ਹੋ ਜਾਵੇਂਗਾ ਜੇ ਇਹ ਦਇਆ ਵਾਲਾ, ਕੋਮਲਤਾ ਵਾਲਾ ਗੁਣ ਵਿੱਚ ਰੱਖੇਂਗਾ। ਤੇਰਾ ਕੋਈ ਮੁੱਲ ਥੋੜ੍ਹੀ ਤਾਰ ਸਕਦਾ ਹੈ। ਹੀਰੇ ਮਿਟ ਜਾਂਦੇ ਨੇ, ਤੇਰਾ ਨਾਮ ਨਹੀਂ ਮਿਟੇਗਾ ਦੁਨੀਆ ਤੇ। ਹੁਣ ਦੂਸਰਾ ਅਰਥ ਵੇਖੋ ਇਸ ਦਾ, ਇੱਥੇ ਉਪਜਣਾ ਤੋਂ ਭਾਵ ਹੈ ਜੰਮਣਾ। ਹੁਣ ਤੂੰ ਪੇਟ ਦੇ ਵਿੱਚ, ਭਾਵ ਮਾਂ ਦੇ ਗਰਭ ਦੇ ਵਿੱਚ ਪਿਤਾ ਦੇ ਪਲੀਤ ਕਤਰੇ ਤੋਂ ਪੈਦਾ ਹੋਇਆ, ਤੂੰ ਹੋਂਦ ਵਿੱਚ ਆਇਆ। ਔਰ ਉੱਥੇ ਮੁਸ਼ਕਿਲ ਬੜੀ ਸੀ ਮਾਂ ਦੇ ਗਰਭ ਵਿੱਚ। ਮੁਸ਼ਕਿਲ ਕੀ ਸੀ? ਪੁੱਠਾ ਲਟਕਿਆ ਸੀ। ਹੁਣ ਤੁਸੀਂ 2-4 ਦਿਨ ਕਿਸੇ ਬੰਦੇ ਨੂੰ ਪੁੱਠਾ ਟੰਗ ਦਿਓ, ਮੁਸ਼ਕਿਲ ਹੈ ਵੀ ਉਹ ਜ਼ਿੰਦਾ ਵੀ ਰਹੇਗਾ। ਇੰਨਾ ਉਹਦੇ ਬਲੱਡ ਦਾ ਫਲੋ ਵੱਧ ਜਾਵੇਗਾ, ਕੋਈ ਨਸ ਨੁਸ ਹੀ ਫਟ ਸਕਦੀ ਹੈ। ਕੈਸਾ ਅਚਰਜ ਕੌਤਕ ਹੈ ਵੀ 10 ਮਹੀਨੇ 10 ਮਾਸ ਮਾਂ ਦੇ ਗਰਭ ਵਿੱਚ ਪੁੱਠਾ ਲਟਕਿਆ ਰਿਹਾ ਹੈ। 9 ਤੋਂ 10 ਮਹੀਨੇ ਇੱਦਾਂ ਹੀ ਟੰਗਿਆ ਰਿਹਾ ਹੈ। ਹੁਣ ਮਹਾਰਾਜ
ਬਾਣੀ ਵਿੱਚ ਕਹਿੰਦੇ ਨੇ ਜਦੋਂ ਪੁੱਠਾ ਲਟਕਿਆ ਸੀ ਨਾ, ਜ਼ਿੰਦਾ ਰਹਿ ਸਕੇ, ਰੱਬ ਨਾਲ ਪ੍ਰੀਤੀ ਜੁੜੀ ਹੋਈ ਸੀ ਇਹਦੀ। ਪਰਮਾਤਮਾ ਦੇ ਗੀਤ ਗਾਉਂਦਾ ਸੀ। ਗਰਭ ਜੋਨ ਮਹਿ ਉਰਦ ਤਪ ਕਰਤਾ, ਕਹਿੰਦੇ ਉਦੋਂ ਤਪ ਕਰ ਰਿਹਾ ਸੀ ਇਹ। ਯੂ ਵਰ ਅਪਸਾਈਡ ਡਾਊਨ, ਪੁੱਠਾ ਤੂੰ ਲਟਕਿਆ ਸੀ, ਲਿਵਿੰਗ ਇਨ ਦਾ ਵੋਂਬ, ਗਰਭ ਦੇ ਵਿੱਚ ਤੇਰੇ ਹਾਲਾਤ ਐਸੇ ਸਨ। ਯੂ ਜਨਰੇਟਿਡ ਦਾ ਇੰਟੈਂਸ ਮੈਡੀਟੇਸ਼ਨ, ਬੜਾ ਡੂੰਘਾ ਤੇਰਾ ਜਿਹੜਾ ਧਿਆਨ ਸੀ ਨਾ ਉਹਦੇ ਨਾਲ ਜੁੜਿਆ ਹੋਇਆ ਸੀ। ਤੋ ਜਠਰ ਅਗਨ ਮਹਿ ਰਹਿਤਾ, ਤੂੰ ਇਸ ਗਰਭ ਦੀ ਅੱਗ ਵਿੱਚ ਬਚਿਆ ਹੀ ਤਾਂ ਹੈ ਨਾਮ ਜਪਦਾ ਕਰਕੇ, ਭਾਵ ਉਹਦੇ ਨਾਲ ਸੁਰਤੀ ਤੇਰੀ ਜੁੜੀ ਹੋਈ ਕਰਕੇ। ਦੇਖੋ ਤੁਸੀਂ ਸਾਰੇ ਹੀ ਭੋਜਨ ਕਰਦੇ ਹੋ, ਕਠੋਰ ਤੋਂ ਕਠੋਰ ਪਦਾਰਥ ਵੀ ਖਾਈਏ, 2-2.5 ਕਿਲੋ ਭੋਜਨ ਛਕ ਲਓ, 1.5-2 ਘੰਟੇ ਲੱਗਦੇ ਨੇ, ਸਰੀਰ ਭਸਮ ਕਰ ਦਿੰਦਾ ਹੈ। ਅੰਦਰ ਐਸੀ ਅੱਗ ਹੈ ਸਾਡੇ, ਐਸਾ ਸੇਕ ਹੈ ਸਾਡੇ, ਡਾਇਜੈਸਟਿਵ ਸਿਸਟਮ ਬਣਾਇਆ ਹੀ ਇੱਦਾਂ ਦਾ ਹੈ ਰੱਬ ਨੇ। ਔਰ ਦੇਖੋ ਇੰਨੀ ਗਰਮੈਸ਼ ਹੈ ਜਿਸ ਪੇਟ ਦੇ ਵਿੱਚ, ਤੂੰ ਉੱਥੇ ਪੁੱਠਾ ਲਟਕਿਆ ਰਵੇਂ, ਕੋਮਲ ਜਿਹਾ ਫੁੱਲਾਂ ਵਰਗਾ ਸਰੀਰ ਤੇਰਾ, ਜਿਹਨੂੰ ਸੇਕ ਨਾ ਲੱਗੇ। ਉੱਥੇ ਕਵਚ ਕਾਹਦਾ ਸੀ? ਨਾਮ ਦਾ। ਪਰਮਾਤਮਾ ਦੇ ਗੀਤ ਗਾਏ ਗਏ। ਹਰੇ ਨਰ ਗਰਭ ਕੁੰਡਲ ਜਬ ਆਸ਼ਤ, ਉਰਦ ਧਿਆਨ ਲਿਵ ਲਾਗਾ, ਸਿਮਰਤ ਪਿੰਡ ਪਦ ਮਦ ਨ ਅਹਨਸ, ਏਕ ਅਗਿਆਨ ਸੋ ਨਾਗਾ। ਕਹਿੰਦੇ ਪੇਟ ਵਿੱਚ ਜਦੋਂ ਲੜਕਿਆ ਸੀ ਪੁੱਠਾ ਤੇ ਪਰਮਾਤਮਾ ਦੇ ਧਿਆਨ ਵਿੱਚ ਤੂੰ ਬਿਰਤੀ ਲਾਈ ਹੋਈ ਸੀ, ਉਦੋਂ ਗਰੂਰ ਨਹੀਂ ਸੀ ਨਾ ਨਾਸ਼ਵੰਤ ਸਰੀਰ ਦਾ, ਮਾਣ ਨਹੀਂ ਸੀ ਆਪਣੇ ਹੱਡਾਂ ਤੇ, ਤਾਕਤ ਨਹੀਂ ਸੀ ਹਰੇ ਸਰੀਰ ਦੇ ਵਿੱਚ। ਕਹਿੰਦੇ ਤੇ ਦਿਨ ਸੰਭਲ ਕਸ਼ਟ ਮਹਾ ਦੁੱਖ, ਅਬ ਚਿੱਤ ਅਦਕ ਪਸਾਰਿਆ, ਗਰਭ ਛੋੜ ਮ੍ਰਿਤ ਮੰਡਲ ਆਇਆ, ਤਉ ਨਰ ਹਰ ਮਨੋਂ ਵਿਸਾਰਿਆ। ਕਹਿੰਦੇ ਦੁਨੀਆ 'ਚ ਆ ਗਿਆ, ਹੁਣ ਤੇਰਾ ਚਿੱਤ ਭੜਕਣ ਲੱਗ ਪਿਆ ਇਹ ਪਦਾਰਥਾਂ ਵਿੱਚ, ਮਾਤਾ ਪਿਤਾ ਦੇ ਮੋਹ ਵਿੱਚ, ਸਾਗ ਸੰਗੀਆਂ ਦੇ ਮੋਹ ਵਿੱਚ, ਬਿਰਤੀ ਖਿਲਰ ਗਈ, ਪਰਮਾਤਮਾ ਭੁੱਲ ਗਿਆ। ਕਹਿੰਦੇ ਥੋੜ੍ਹਾ ਜਿਹਾ ਤੇ ਚੇਤਾ ਰੱਖ, ਗਰਭ ਵਿੱਚ ਕਿੱਦਾਂ ਬਚਿਆ ਹੈ। ਜਿਹੜੇ ਗਰਭ ਵਿੱਚ ਨਹੀਂ ਨਾ ਜੁੜੇ ਉਹਨਾਂ ਬਾਰੇ ਵੀ ਬਾਣੀ ਕਹਿੰਦੀ ਹੈ, ਕਈ ਜਨਮ ਗਰਭ ਹਿਰ ਖਰਿਆ। ਡਾਕਟਰ ਕਈ ਵਾਰ ਕਹਿ ਦਿੰਦਾ ਨਾ, ਬੀਬੀ ਤੇਰਾ ਬੱਚਾ ਗਰਭ 'ਚ ਹੀ ਮਰ ਗਿਆ ਹੈ, ਖੁਰ ਗਿਆ ਹੈ। ਜਿਹੜੇ ਜੁੜ ਗਏ ਉਹ ਦੁਨੀਆ ਤੇ ਆ ਗਏ, ਉਹਨਾਂ ਦੀ ਰੱਖਿਆ ਹੋ ਗਈ। ਕਹਿੰਦੇ ਚੇਤਾ ਤੇ ਕਰ, ਕਿੰਨੇ ਮਹੀਨੇ ਪੁੱਠਾ ਲੜਕਿਆ ਰਿਹਾ ਹੈ, ਜਿੱਥੇ ਅੱਗ ਦਾ ਵਾਸਾ ਹੈ, ਉਸ ਪੇਟ ਵਿੱਚ ਤੇਰੇ ਫੁੱਲਾਂ ਵਰਗੇ ਚੰਮ ਨੂੰ ਰੱਖ ਲਿਆ। ਨਰਹਰ ਨੂੰ ਹੁਣ ਭੁਲਾ ਹੀ ਦਿੱਤਾ ਈ, ਪਰਮਾਤਮਾ ਦੇ ਗੀਤ ਗਾਉਣੇ ਹੀ ਛੱਡ ਦਿੱਤੇ ਈ। ਫਿਰ ਪਛੁਤਾਵਹਿਗਾ ਮੂੜਿਆ, ਤੂੰ ਕਵਨ ਕੁਮਤ ਭ੍ਰਮ ਲਾਗਾ, ਚੇਤ ਰਾਮ ਨਾਹੀ ਜਮਪੁਰ ਜਾਹੇਗਾ, ਜਨ ਵਿਚਰੈ ਅਨਰਾਗਾ। ਹਰੇ ਵੀ ਪਰਮਾਤਮਾ ਨੂੰ ਚੇਤੇ ਕਰ ਲੈ, ਇਹ ਜਿਸ ਸਰੀਰ ਦਾ ਮਾਣ ਕਰਦਾ ਹੈ ਨਾਸ਼ਵੰਤ ਹੈ, ਇਹ ਮਿਟਣਾ ਹੈ। ਔਰ ਜਿਨ੍ਹਾਂ ਪਦਾਰਥਾਂ ਦੇ ਮੋਹ ਵਿੱਚ ਹੈ ਉਹ ਵੀ ਮਿਟਣੇ ਨੇ। ਇਹ ਨਾ ਹੋਵੇ ਪਦਾਰਥਾਂ ਦੇ ਮੋਹ ਵਿੱਚ, ਸੰਸਾਰ ਦੇ ਮੋਹ ਵਿੱਚ ਰਵੇਂ, ਮੌਤ ਆ ਜਾਵੇ, ਅਗਲਾ ਜਨਮ ਹੀ ਇਸੇ ਦੁਨੀਆ ਤੇ ਮਿਲ ਜਾਵੇ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਨੇ, ਕਈ ਜੂਨਾਂ ਨੇ। ਸੋ ਪਰਮਾਤਮਾ ਦੇ ਪ੍ਰਤੀ ਮੁਹੱਬਤ ਪੈਦਾ ਕਰ, ਰੱਬ ਦੇ ਗੀਤ ਗਾਇਆ ਕਰ, ਜਿੱਦਾਂ ਮੁੱਢ ਵਿੱਚ ਗਾਉਂਦਾ ਸੀ, ਪੇਟ ਵਿੱਚ ਗਾਉਂਦਾ ਸੀ। ਅਖੀਰ ਤੱਕ ਕਹਿੰਦੇ ਇਹ ਗੀਤ ਗਾ, ਤੇ ਜਿਹੜਾ ਗੀਤ ਗਾ ਲੈਂਦਾ ਹੈ, ਫਿਰ ਧਿਆਨ ਦਿਓ, ਮਹਾਰਾਜ ਕਬੀਰ ਜੀ ਕਹਿੰਦੇ ਨੇ, ਹੀਰਾ ਕਿਸਕਾ ਬਪੁਰਾ ਪੁਜੈ ਨਾ ਰਤਨ ਕਰੋੜ। ਉਸ ਸੰਤ ਦੀ ਜਿਹੜੀ ਉਪਾਧੀ ਹੈ ਅਮੁੱਲਿਆ ਹੈ, ਉਹਦੇ ਮੁਕਾਬਲੇ ਹੀਰੇ ਨਹੀਂ ਪੁੱਜ ਸਕਦੇ, ਉਹਦੇ ਜਸ ਦੇ ਬਰਾਬਰ ਰਤਨ ਨਹੀਂ ਪੁੱਜ ਸਕਦੇ। ਉਹਦੇ ਕੋਲ ਜਿਹੜੇ ਗੁਣ ਨੇ ਉਹ ਹੀਰੇ ਦੇ ਕੇ ਵੀ ਖਰੀਦੇ ਨਹੀਂ ਜਾ ਸਕਦੇ, ਸਤ ਸੰਤੋਖ ਦਇਆ ਧਰਮ ਵਾਲੇ ਗੁਣ। ਦੂਸਰਾ ਅਰਥ ਤੇ ਹੈ ਇਹ। ਹੁਣ ਤੀਸਰੇ ਅਰਥ ਵੱਲ ਆਓ।
पेड़ तो जदों पैदाइश हुंदी है, हुण बच्चा पैदा होया वड्डा हुंदा है, जे ते मुंडन कर दिओ ते हिंदू बन जाता है, सुन्नत कर दिओ ते मुसलमान बन जाता है, ते जे परमात्मा दे हुक्म विच रहो, शरीर दे नाल कोई छेड़खानी ना करो, कोई परमात्मा दी इस रचना विच बदलाव ना करो, ते की बनेगा? केसाधारी सिख। सो महाराज कहते ने प्रभु की रचना नाल फेर बदल ना करो। तो फिर इंसान की असली दिखते हुई सिखां वाली जो गुरु नानक साहब ने दुनिया नूं सामने रख के समझाउणा कीता है भी इदां दी रचना वो कर रहा है, उहदी रचना विच इदां दा इंसान बन जाता है, और ये रहनी बहनी रहत बैत तुसीं रखो तो सिख खवाओगे, जो प्रभु की सिक्ख्या विच चलदा है, हुक्म विच चलदा है। जदों कोई उस्तरा लैके मूँह तो तुसीं शेव करदे हो, तो यदा मतलब तो यही होया ना भी रब की रचना जिहड़ी है ठीक नहीं है। रब नूं बंदा नहीं बनाउणा आया, हुण नाई दसेगा भी बंदा किदां दा चाहीदा है। हुण बीबियां नूं ते दाड़ा हुंदा नहीं है, क्योंकि उहदी रचना विच ढांचा ही इदां दा है। उन्हें जिस ढांचे विच तैनूं ढालिया है उसे तरह रह, उहदे हुक्म विच रह। जिद्दां दा शरीर है इहनूं साਂਭ के रख, नवां नरोवा रवे, इहदी साਂਭ संभाल कर, फिर बदल ना कर। हुण कोई डिज़ाइनर है, वो तुहाडा घर डिज़ाइन कर दिंदा है, घर तैयार हो गया, ढांचा तैयार सी, पलस्तर पुलस्तर हो गया, बूहे बारियां लग गए, इंटीरियर डिज़ाइनर आ गए, तो तुसीं वो पेंट वाला ब्रश जिहा चक के लकीरां मारी जाओ, आ बारियां भन के इधर ला दिओ, आ भन के बूहा उधर ला दिओ। वो बड़ा नाराज़ होवेगा भी हद हो गई, मेरी उम्र लंघ गई इस कर्म दे विच, तू महल की शक्ल विगाड़ दिती है, तू कलश तोड़ दिते ने, तू बारियां भन दित्तियां। परमात्मा की बनाई अगमी रचना चों इंसान है, मर्द है, औरत है। ये जदों तू परवटे जे मुन लैना है ना, ये बारियां भन रहा है उहदे बनाए महल दियां, ये केस कट लेना, ये कलश भन सुटिया है तू उहदे बनाए महल का। जिद्दां दी गर्भ चों तेरी पैदाइश हुई, हुण पैदा हो गया है, बचपना लंघेगा, जवानी आवेगी, उहदे हुक्म विच जैसा भी महल तैयार हो रहा है उसनूं उसे तरह साਂਭ के रख, तू सिख अखवावेंगा। ते जे उहदे हुक्म विच इसे तरह चलेगा तो की हुंदा है? जिहड़ा काका बापू दे हुक्म विच चलदा है उही दौलत दा मालक हुंदा, जिहड़ा हुक्म दूली करदा उहदे घरों कढ दिंदा है बापू। हुक्म विच चलण वाले नूं निजात मिलेगी, चरनां च निवास मिलेगा, हुक्म तो बाहर चलण वाले नूं 84 लख दा गेड़ मिलेगा, 184 जोन भरमाया जूना विच आवेगा। असीं पता क्यों इसे तरह शरीर नूं रखना? क्योंकि साडा बापू इदां दा दिखदा है, परमेश्वर। गुरु नानक साहब कहंदे तेरे बंके लोयण दंत रिसाला, सोहणे नक जिन लमड़े वाला। कहंदे वो जिहड़ा परमात्मा है ना, उहदे सुंदर नैण ने, सुंदर स्वरूप है, उहदे दंद जिहड़े ने ना रसदायक ने, मोतियां वर्गे ने, उपमा नहीं की जा सकती। योर आईज आर सो ब्यूटीफुल, योर टीथ्स आर डिलाइटफुल, बड़ा सुंदर है वो, तिखा नक है उहदा। ते अगे कहंदे ने लंबड़े वाला, लम्मे केस ने उहदे, उन्हें तो तैनूं आपदे वर्गा बना के भेजिया सी, ते तूं पता नहीं नाई कोल जाके किदां दा बन गया है, जो परमात्मा की रचना विच है ही नहीं है। तू रूप रेखा ही बदल दिती, तो जदों उहदी बनाई रचना च दखल दवेगा, जे काम इंटीरियर डिज़ाइनर गुस्सा करता है उहदी रचना च कोई दखल देवे तो रब नहीं भला गुस्सा करेगा। सो केसां नूं साਂਭ के रखो, केस रखने नहीं पैंदे, उहदे हुक्म विच प्रगट हो रहे ने। हाँ, कट्टण वाले कट्टदे जरूर ने। बाणी कहती है हुक्म रजाई जो चलै सो पवै खजाने, खजाने चो पैंदा है जिहड़ा हुक्म दूली नहीं करता, जिहड़ा हुक्म विच चलदा है। फिर जैसी बनतर है इहनूं उसे तरह साਂਭ के रख।
ਵੱਢ ਕੱਟ ਨਾ ਕਰ ਉਹਦੀ ਰਚਨਾ ਨਾਲ। ਕੋਈ ਕੰਨ ਵਿੰਨ ਲੈਂਦਾ ਹੈ, ਕੋਈ ਨੱਕ ਵਿੰਨ ਲੈਂਦਾ ਹੈ, ਕੋਈ ਕੇਸ ਕੱਟ ਦਿੰਦਾ। ਇਹ ਤੇ ਇਸ ਤਰ੍ਹਾਂ ਹੈ ਵੀ ਰੱਬ ਨੂੰ ਬਣਾਉਣਾ ਹੀ ਨਹੀਂ ਆਇਆ ਬੰਦਾ, ਤੈਨੂੰ ਬਣਾਉਣਾ ਆ ਗਿਆ। ਇਹ ਹੁਕਮ ਦੀ ਉਲੰਘਣਾ ਹੈ। ਤੇ ਜਿਹੜਾ ਹੁਕਮ ਵਿੱਚ ਚੱਲੇਗਾ ਨਾ ਉਹ ਪ੍ਰਵਾਨ ਹੈ। ਮਹਾਰਾਜ ਕਬੀਰ ਜੀ ਕਹਿੰਦੇ ਨੇ, ਹੀਰਾ ਕਿਸਕਾ ਬਪੂਰਾ ਪੁਜੇ ਨਾ ਰਤਨ ਕਰੋੜ। ਉਹ ਕੀਮਤੀ ਪੱਥਰ ਹੀਰਾ ਹੁਕਮ ਮੰਨਣ ਵਾਲੇ ਦੇ ਸਾਵੇਂ ਕੁਝ ਵੀ ਮੁੱਲ ਨਹੀਂ ਰੱਖਦਾ। ਉਹ ਬਪੂਰਾ ਹੈ, ਉਹ ਵਿਚਾਰਾ ਹੈ, ਉਹ ਕਰੂਪ ਹੈ, ਉਹਦੀ ਕੁਝ ਵੀ ਸ਼ੋਭਾ ਨਹੀਂ ਹੈ ਹੀਰੇ ਦੀ। ਲੱਖਾਂ ਰਤਨਾਂ ਦੀ ਵੀ ਵਡਿਆਈ ਫਿੱਕੀ ਹੈ ਉਸ ਮਹਾਂਪੁਰਸ਼ ਅੱਗੇ ਜਿਹੜਾ ਪਰਮਾਤਮਾ ਦੇ ਹੁਕਮ ਵਿੱਚ ਜੀਵਨ ਬਤੀਤ ਕਰਦਾ ਹੈ। ਉਹਦੇ ਨੇੜੇ ਹੀਰੇ ਨਹੀਂ ਪਹੁੰਚ ਸਕਦੇ, ਰਤਨ ਨਹੀਂ ਪਹੁੰਚ ਸਕਦੇ। ਇੱਕ ਸ਼ਾਇਰ ਕਹਿੰਦਾ ਹੈ, ਵੋ ਜੋ ਤੇਰੇ ਫਕੀਰ ਹੋਤੇ ਹੈ ਆਦਮੀ ਬੇਨਜ਼ੀਰ ਹੋਤੇ ਹੈ। ਉਹ ਜਿਹੜੇ ਫਕੀਰ ਹੁੰਦੇ ਨੇ ਨਾ, ਉਹ ਅਨੁਪਮ ਨੇ, ਉਹ ਬੇਮਿਸਾਲ ਨੇ। ਉਹਨਾਂ ਦੇ ਤੁੱਲ ਹੀਰੇ ਨਹੀਂ ਪੁੱਜ ਸਕਦੇ। ਉਹ ਐਸੀ ਪਹੁੰਚ ਦੇ ਮਾਲਕ ਹੁੰਦੇ ਨੇ। ਔਰ ਐਸੇ ਜਿਹੜੇ ਮਹਾਂਪੁਰਸ਼ ਨੇ, ਮਹਾਰਾਜ ਕਹਿੰਦੇ ਨੇ, ਅੰਮ੍ਰਿਤ ਨਾਮ ਜਪੋ ਜਪ ਰਸਨਾ ਅਮੋਲ ਦਾਸ ਕਰ ਲੀਨੋ ਆਪਣਾ। ਉਹ ਪ੍ਰਮਾਤਮਾ ਦੇ ਗੀਤ ਗਾ ਗਾ ਕੇ ਅਮੁੱਲੇ ਹੋ ਗਏ। ਉਹਨਾਂ ਦਾ ਮੁੱਲ ਹੀ ਕੋਈ ਨਾ ਰਿਹਾ। ਉਹਨਾਂ ਵਰਗਾ ਜਸ ਹੋਰ ਕਿਸੇ ਦਾ ਨਹੀਂ ਹੈ, ਉਹਨਾਂ ਵਰਗੀ ਪਹੁੰਚ ਹੋਰ ਕਿਸੇ ਦੀ ਨਹੀਂ ਹੈ। ਦੁਨੀਆ ਮਿਟ ਸਕਦੀ ਹੈ, ਉਹਨਾਂ ਦਾ ਨਾਮਣਾ ਨਹੀਂ ਮਿਟਦਾ। ਹੀਰੇ ਮਿਟ ਸਕਦੇ ਨੇ, ਸਾਧ ਦੇ ਨਾਮ ਦੀ ਚਮਕ ਫਿੱਕੀ ਨਹੀਂ ਹੁੰਦੀ, ਕਿਉਂਕਿ ਉਹਨਾਂ ਨੂੰ ਪਰਮਾਤਮਾ ਆਪਣੇ ਬਣਾਉਂਦਾ ਹੈ। ਕਿਹੜੇ ਕਾਕੇ ਨੂੰ ਬਾਪੂ ਆਪਣਾ ਬਣਾਵੇਂਗਾ ਜਿਹੜਾ ਹੁਕਮ ਵਿੱਚ ਚੱਲੇਗਾ। ਤੂੰ ਹੁਕਮ ਤੋਂ ਬਾਹਰ ਹੋ, ਉਸੇ ਵੇਲੇ ਅਖਬਾਰ 'ਚ ਅਗਲਾ ਲਵਾ ਦਿੰਦਾ, ਬੇਦਖਲ ਕਰਤਾ ਕਾਕੇ ਨੂੰ, ਇਹ ਆਖੇ ਨਹੀਂ ਸੀ ਲੱਗਦਾ। ਸੋ ਆਖੇ ਵਿੱਚ ਚੱਲੋ, ਹੁਕਮ ਵਿੱਚ ਚੱਲੋ, ਅਦੂਲੀ ਨਾ ਕਰੋ ਹੁਕਮ ਦੀ, ਫਿਰ ਪ੍ਰਵਾਨਗੀ ਹੈ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕੋ